ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਕਰਤਾਰਪੁਰ ਵਿੱਚ ਧਰਮਸ਼ਾਲਾ ਬਣਾਈ ਤਾਂ ਆਪ ਉੱਥੇ ਰੋਜ਼ਾਨਾ ਕੀਰਤਨ ਕਰਿਆ ਕਰਨ। ਜੋ ਵੀ ਗੁਰੂ ਕੋਲ ਸੰਗਤ ਆਵੇ, ਆਪ ਸਭ ਨੂੰ ਸਤਨਾਮ ਵਾਹਿਗੁਰੂ ਜਪਣ ਦਾ ਉਪਦੇਸ਼ ਦੇਣ, ਗਰੀਬਾਂ ਨੂੰ ਅੰਨ ਬਸਤਰ ਵੀ ਦੇਣ। ਗੁਰੂ ਜੀ ਦੀ ਕੀਰਤੀ ਚਾਰੇ ਪਾਸੇ ਫੈਲ ਗਈ ਕਿ ਜੋ ਵੀ ਉਹਨਾਂ ਕੋਲ ਜਾਂਦਾ ਹੈ ਉਸ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇੱਕ ਦਿਨ ਇੱਕ ਗਰੀਬ ਵਿਅਕਤੀ ਗੁਰੂ ਜੀ ਕੋਲ ਆਇਆ। ਉਸਨੇ ਬੇਨਤੀ ਕੀਤੀ ਕਿ ਗਰੀਬ ਆਦਮੀ ਹਾਂ ਜੀ, ਘਰ ਵਿੱਚ ਇਕੱਲਾ ਹੀ ਹਾਂ, ਇੱਕ ਬੇਟੀ ਹੈ, ਉਸ ਦਾ ਵਿਵਾਹ ਕਰਨਾ ਹੈ, ਮੇਰੀ ਮਦਦ ਕਰੋ ਜੀ। ਆਪ ਸਾਡੀ ਕੁਲ ਦੇ ਦੀਪ ਹੋ, ਪਰਮੇਸ਼ਰ ਦੇ ਪਿਆਰੇ ਹੋ। ਗੁਰੂ ਜੀ ਨੂੰ ਦਇਆ ਆਈ। ਉਸ ਨੂੰ ਕਿਹਾ ਕਿ ਜੋ ਜੋ ਵਸਤਾਂ ਤੈਨੂੰ ਚਾਹੀਦੀਆਂ ਹਨ ਸੋ ਲਿਖ ਕੇ ਦੇ ਦੇ। ਉਸਨੇ ਲਿਖ ਕੇ ਦੇ ਦਿੱਤੀਆਂ। ਉਸ ਵੇਲੇ ਗੁਰੂ ਜੀ ਪਾਸ ਭਾਗੀਰਥ ਨਾਮ ਦਾ ਇੱਕ ਸਿੱਖ ਬੈਠਾ ਸੀ। ਗੁਰੂ ਜੀ ਨੇ ਉਸ ਨੂੰ ਕਿਹਾ ਕਿ ਇਹ ਵਸਤਾਂ ਲਾਹੌਰੋਂ ਜਾ ਕਰ ਲੈ ਆਓ, ਪਰ ਧਿਆਨ ਰੱਖਣਾ ਕਿ ਲਾਹੌਰ ਰਾਤ ਨਹੀਂ ਰਹਿਣਾ। ਜੋ ਰਾਤ ਰਹਿ ਗਿਆ ਤੇਰਾ ਜਨਮ ਵਿਗੜੇਗਾ। ਭਾਗੀਰਥ ਨੇ ਲਾਹੌਰ ਜਾ ਕੇ ਇੱਕ ਬਾਣੀਏ ਨੂੰ ਵਸਤਾਂ ਦੇਣ ਲਈ ਕਿਹਾ ਅਤੇ ਆਖਿਆ ਕਿ ਇਹ ਹੁਣੇ ਹੀ ਚਾਹੀਦੀਆਂ ਹਨ, ਮੈਂ ਰਾਤ ਨਹੀਂ ਟਿਕ ਸਕਦਾ। ਬਾਣੀਏ ਨੇ ਆਪਣੀ ਦੁਕਾਨ ਫਰੋਲੀ ਤਾਂ ਉਸ ਨੂੰ ਸਾਰੀਆਂ ਵਸਤਾਂ ਤਿਆਰ ਮਿਲੀਆਂ, ਪਰ ਇੱਕ ਚੂੜਾ ਤਿਆਰ ਨਹੀਂ ਸੀ। ਭਾਗੀਰਥ ਨੂੰ ਉਸਨੇ ਕਿਹਾ ਕਿ ਭਾਈ ਇੱਕ ਚੂੜਾ ਤਿਆਰ ਨਹੀਂ, ਉਹ ਅੱਜ ਰਾਤ ਤਿਆਰ ਕਰ ਦੇਵਾਂਗੇ, ਤੂੰ ਰਾਤ ਰੁਕ ਜਾ, ਕੱਲ ਲੈ ਕੇ ਚਲਾ ਜਾਈਂ। ਭਾਗੀਰਥ ਨੇ ਕਿਹਾ ਕਿ ਮੈਂ ਰਾਤ ਨਹੀਂ ਟਿਕ ਸਕਦਾ, ਮੇਰੇ ਮਾਲਕ ਦਾ ਹੁਕਮ ਹੈ, ਜੇ ਮੈਂ ਠਹਿਰਦਾ ਹਾਂ ਤਾਂ ਮੇਰਾ ਜੀਵਨ ਵਿਗੜਦਾ ਹੈ। ਬਾਣੀਆ ਸੋਚਾਂ ਵਿੱਚ ਪੈ ਗਿਆ। ਸੋਚਦਾ ਹੈ ਕਿ ਇਸੇ ਦਾ ਮਾਲਕ ਕੰਮ ਨਾ ਹੋਣ ਤੇ ਸੇਵਾਦਾਰ ਨੂੰ ਗੁੱਸੇ ਹੋਵੇਗਾ, ਖਿੱਜੇਗਾ, ਝਿੜਕੇਗਾ, ਪਰ ਇਹ ਤਾਂ ਨਵੀਂ ਹੀ ਗੱਲ ਸੁਣੀ ਹੈ ਕਿ ਇਸ ਦਾ ਜਨਮ ਹੀ ਵਿਗੜੇਗਾ। ਇਸ ਦਾ ਮਾਲਕ ਕੈਸਾ ਹੈ? ਭਾਗੀਰਥ ਨੇ ਕਿਹਾ ਕਿ ਮੇਰਾ ਮਾਲਕ ਪਰਮੇਸ਼ਰ ਦਾ ਰੂਪ ਹੈ, ਬਲਕਿ ਆਪ ਪਰਮੇਸ਼ਰ ਹੈ। ਬਾਣੀਆ ਕਹਿਣ ਲੱਗਿਆ, ਜੇਕਰ ਤੇਰਾ ਗੁਰੂ ਐਸਾ ਹੈ, ਮੈਂ ਵੀ ਤੇਰੇ ਨਾਲ ਚੱਲਾਂਗਾ, ਦਰਸ਼ਨ ਕਰਾਂਗਾ। ਇੱਕ ਚੂੜਾ ਰੰਗਿਆ ਪਿਆ ਹੈ, ਇਹ ਨਾਲ ਲੈ ਚਲਦੇ ਹਾਂ। ਜੇਕਰ ਤੇਰਾ ਗੁਰੂ ਪੂਰਨ ਪੁਰਖ ਹੋਇਆ ਤਾਂ ਮੈਂ ਇਹਨਾਂ ਵਸਤਾਂ ਦਾ ਮੁੱਲ ਵੀ ਕੁਝ ਨਹੀਂ ਲਵਾਂਗਾ। ਬਾਣੀਆ ਅਤੇ ਭਾਗੀਰਥ ਗੁਰੂ ਜੀ ਪਾਸ ਆਏ। ਦਰਸ਼ਨ ਕਰਦਿਆਂ ਸਾਰ ਹੀ ਬਾਣੀਏ ਦੇ ਕਪਾਟ ਖੁੱਲ੍ਹ ਗਏ। ਉਸ ਨੂੰ ਬੜੀ ਖੁਸ਼ੀ ਹੋਈ, ਤਸੱਲੀ ਹੋ ਗਈ ਕਿ ਇਹ ਵਾਕਿਆ ਹੀ ਮਹਾਂਪੁਰਖ ਹਨ। ਬਾਣੀਏ ਨੇ ਗੁਰੂ ਜੀ ਦੀ ਸੇਵਾ ਵਿੱਚ ਹੀ ਰਹਿ ਗਿਆ। ਬਾਣੀਆ ਉੱਥੇ ਹੀ ਕਰਤਾਰਪੁਰ 3 ਸਾਲ ਰਿਹਾ, ਬੜੀ ਸੇਵਾ ਕੀਤੀ, ਸ਼ਬਦ ਗਾਉਂਦਾ ਰਹੇ, ਬਾਣੀ ਦੀ ਪੋਥੀਆਂ ਲਿਖਦਾ ਰਹੇ। ਪੋਥੀਆਂ ਲਿਖ ਕੇ ਘਰ ਲੈ ਗਿਆ। ਜਦੋਂ ਬਾਣੀਆ ਆਪਣੇ ਘਰ ਦੁਬਾਰਾ ਫੇਰ ਆ ਗਿਆ ਤਾਂ ਉਸਨੇ ਆਪਣਾ ਕੰਮ ਫੇਰ ਦੁਬਾਰਾ ਸ਼ੁਰੂ ਕਰ ਦਿੱਤਾ। ਆਪਣਾ ਮਾਲ ਵੇਚਣ ਵਾਸਤੇ ਇੱਕ ਵਾਰ ਉਹ ਰਾਜਾ ਸ਼ਿਵਨਾਭ ਦੇ ਰਾਜ ਵਿੱਚ ਵਪਾਰ ਕਰਨ ਲਈ ਗਿਆ। ਉੱਥੇ ਰਿਹਾਇਸ਼ ਰੱਖੀ। ਦਿਨ ਵਿੱਚ ਆਪਣੀਆਂ ਵਸਤਾਂ ਵੇਚਿਆ ਕਰੇ ਅਤੇ ਰਾਤ ਨੂੰ ਸ਼ਬਦ ਕੀਰਤਨ ਕਰਿਆ ਕਰੇ। ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ, ਉੱਠ ਕੇ ਇਸ਼ਨਾਨ ਕਰਿਆ ਕਰੇ ਅਤੇ ਜਪਜੀ ਸਾਹਿਬ ਦਾ ਪਾਠ ਕਰੇ। ਹੋਰ ਜੋ ਬਾਣੀਆਂ ਦੇ ਸ਼ਬਦ ਉਸ ਕੋਲ ਲਿਖੇ ਹੋਏ ਸਨ ਉਹਨਾਂ ਦਾ ਪਾਠ ਕਰਦਾ ਰਹੇ। ਰਾਤ ਨੂੰ ਸ਼ਬਦ ਕੀਰਤਨ ਕਰਕੇ ਆਰਤੀ ਅਤੇ ਸੋਹਲੇ ਦਾ ਪਾਠ ਕਰਕੇ ਸੋ ਜਾਵੇ। ਰਾਜਾ ਸ਼ਿਵਨਾਭ ਦੇ ਰਾਜ ਵਿੱਚ ਲੋਕ ਸੂਰਜ ਚੜ੍ਹੇ ਨਹਾਉਂਦੇ ਸਨ, ਮੱਸਿਆ, ਇਕਾਦਸ਼ੀ, ਪੁੰਨਿਆ ਆਦਿ ਦਾ ਵਰਤ ਰੱਖਦੇ ਸਨ, ਦੇਹਰੇ ਦੀ ਪੂਜਾ ਕਰਦੇ ਸਨ। ਪਰ ਇਹ ਬਾਣੀਆ ਉਹਨਾਂ ਦੀ ਰੀਤ ਨਾ ਕਰੇ। ਲੋਕਾਂ ਨੇ ਜਾ ਕੇ ਰਾਜੇ ਕੋਲ ਸ਼ਿਕਾਇਤ ਕੀਤੀ ਕਿ ਇਹ ਬਾਣੀਆ ਹਿੰਦੂ ਕਹਾਉਂਦਾ ਹੈ, ਪਰ ਸਾਡੀਆਂ ਹਿੰਦੂ ਰੀਤੀਆਂ ਕੋਈ ਨਹੀਂ ਕਰਦਾ, ਇਹ ਭ੍ਰਿਸ਼ਟ ਆਦਮੀ ਹੈ। ਸ਼ਿਵਨਾਭ ਰਾਜੇ ਨੇ ਬਾਣੀਏ ਨੂੰ ਆਪਣੇ ਪਾਸ ਬੁਲਾਇਆ। ਰਾਜੇ ਕੋਲ ਜਾ ਕੇ ਬਾਣੀਏ ਨੇ ਨਮਸਕਾਰ ਕੀਤੀ, ਨਾਰੀਅਲ ਅਤੇ ਹੋਰ ਕੁਝ ਫਲ ਵੀ ਭੇਟਾਂ ਕੀਤੀਆਂ। ਰਾਜੇ ਨੇ ਕਿਹਾ, ਬਾਣੀਏ ਤੂੰ ਹਿੰਦੂ ਹੈ ਪਰ ਵਰਤ ਨੇਮ ਨਹੀਂ ਕਰਦਾ, ਕੀ ਵਜ੍ਹਾ ਹੈ? ਬਾਣੀਏ ਨੇ ਕਿਹਾ ਕਿ ਜਿਸ ਵਸਤੂ ਕਾਰਨ ਵਰਤ ਨੇਮ ਰੱਖੀਦੇ ਹਨ ਸੋ ਵਸਤੂ ਮੈਂ ਪਾਈ ਹੈ। ਰਾਜੇ ਨੇ ਆਖਿਆ, ਉਹ ਕਿਹੜੀ ਵਸਤੂ ਹੈ? ਬਾਣੀਏ ਨੇ ਕਿਹਾ ਕਿ ਮੈਂ ਇੱਕ ਮਹਾਂਪੁਰਸ਼ ਦੇ ਦਰਸ਼ਨ ਕੀਤੇ ਹਨ, ਜਿਸ ਤੋਂ ਮੈਨੂੰ ਮੁਕਤੀ ਮਿਲੀ ਹੈ, ਮੇਰੀ ਨਿਸ਼ਾ ਹੋ ਗਈ ਹੈ। ਰਾਜੇ ਨੇ ਕਿਹਾ ਕਿ ਕਲਯੁਗ ਵਿੱਚ ਕੋਈ ਐਸਾ ਮਹਾਂਪੁਰਖ ਨਹੀਂ ਹੈ ਜਿਸ ਦੇ ਦਰਸ਼ਨ ਕਰਨ ਨਾਲ ਮੁਕਤੀ ਪ੍ਰਾਪਤ ਹੋ ਜਾਵੇ। ਬਾਣੀ ਨੇ ਕਿਹਾ ਕਿ ਇਸ ਕਲਯੁਗ ਵਿੱਚ ਐਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਜਿਸ ਦਾ ਨਾਮ ਲਿਆ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਬਾਣੀਏ ਨੇ ਗੁਰੂ ਜੀ ਦੀ ਬਾਣੀ ਦੇ ਸ਼ਬਦ ਰਾਜੇ ਨੂੰ ਸੁਣਾਏ। ਰਾਜੇ ਦੀ ਤਸੱਲੀ ਹੋਈ। ਉਸਨੇ ਆਖਿਆ, ਮੈਂ ਵੀ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨ ਲਿਆ ਹੈ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ।
ਮੇਰੇ ਨਾਲ ਚੱਲ ਕੇ ਉਹਨਾਂ ਕੋਲ ਮੈਨੂੰ ਲੈ ਚੱਲ। ਬਾਣੀਏ ਨੇ ਆਖਿਆ, ਮੇਰੇ ਗੁਰੂ ਜੀ ਪਵਨ ਰੂਪ ਵੀ ਹੋ ਜਾਂਦੇ ਹਨ। ਉਹ ਅੰਤਰਜਾਮੀ ਹਨ। ਜਿੱਥੇ ਕਿੱਥੇ ਕੋਈ ਵੀ ਉਹਨਾਂ ਨੂੰ ਭਾਉ ਭਾਵਨੀ ਨਾਲ ਯਾਦ ਕਰਦਾ ਹੈ, ਉਹ ਆਪ ਹੀ ਉੱਥੇ ਪਹੁੰਚ ਜਾਂਦੇ ਹਨ। ਬਾਣੀਏ ਨੇ ਰਾਜੇ ਨੂੰ ਕਿਹਾ ਕਿ ਤੈਨੂੰ ਇੱਥੇ ਹੀ ਆ ਕੇ ਦਰਸ਼ਨ ਦੇ ਦੇਣਗੇ। ਰਾਜਾ ਪੁੱਛਦਾ ਹੈ ਕਿ ਉਹ ਰਹਿੰਦੇ ਕਿੱਥੇ ਹਨ, ਤਾਂ ਬਾਣੀ ਨੇ ਕਿਹਾ ਕਿ ਉਹ ਤਲਵੰਡੀ ਪੰਜਾਬ ਵਿੱਚ ਰਹਿੰਦੇ ਹਨ। ਤੂੰ ਆਪਣੀ ਅੰਤਰ ਆਤਮਾ ਨਾਲ ਉਹਨਾਂ ਦਾ ਸਿਮਰਨ ਯਾਦ ਕਰ, ਆਪੇ ਹੀ ਆ ਜਾਣਗੇ। ਬਾਣੀਆ ਆਪਣਾ ਮਾਲ ਚੁੱਕ ਕੇ ਅੱਗੇ ਚਲਾ ਗਿਆ। ਰਾਜੇ ਸ਼ਿਵਨਾਭ ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਇਤਨੀ ਸਿੱਕ ਲੱਗੀ ਕਿ ਉਹ ਉੱਠਦਾ ਬੈਠਦਾ, ਤੁਰਦਾ ਫਿਰਦਾ ਹਰ ਸਮੇਂ ਹੀ ਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਰਹੇ। ਹਰ ਸਮੇਂ ਇਸੇ ਖਿਆਲ ਵਿੱਚ ਰਹੇ। ਕੰਮਕਾਰ ਵਿੱਚ ਵੀ ਮਨ ਨੂੰ ਨਾ ਲਾਵੇ। ਆਪਣੇ ਨੌਕਰਾਂ ਚਾਕਰਾਂ ਨੂੰ ਹੁਕਮ ਦਿੱਤਾ ਕਿ ਕੋਈ ਸਾਧ ਫਕੀਰ ਆਵੇ ਤਾਂ ਉਸਨੂੰ ਪਰਖਣਾ ਹੈ ਕਿ ਇਹ ਪੂਰਨ ਪੁਰਖ ਹੈ ਜਾਂ ਨਹੀਂ। ਧਿਆਨ ਰੱਖਣਾ ਹੈ ਕਿ ਹਰ ਆਏ ਫਕੀਰ ਦੀ ਸੇਵਾ ਕਰਨੀ ਹੈ। ਉੱਧਰ ਕਰਤਾਰਪੁਰ ਵਿੱਚ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਆਖਿਆ ਕਿ ਮਰਦਾਨਿਆ, ਰਾਜਾ ਸ਼ਿਵਨਾਭ ਯਾਦ ਕਰ ਰਿਹਾ ਹੈ, ਚਲੋ ਉਸ ਦੇ ਦੇਸ਼ ਚੱਲੀਏ। ਗੁਰੂ ਜੀ ਝੱਟ ਹੀ ਸ਼ਿਵਨਾਭ ਦੇ ਇੱਕ ਬਾਗ ਵਿੱਚ ਪਹੁੰਚ ਗਏ। ਇਸ ਬਾਗ ਦਾ ਦਰਵਾਜ਼ਾ ਬੰਦ ਸੀ ਕਿਉਂਕਿ ਇਹ ਬਾਗ ਕਾਫੀ ਸਮੇਂ ਤੋਂ ਸੁੱਕਾ ਪਿਆ ਸੀ। ਗੁਰੂ ਨਾਨਕ ਜੀ ਦੇ ਚਰਨ ਪੈਣ ਨਾਲ ਕੀ ਹੋਇਆ ਕਿ ਬਾਗ ਦੇ ਬੂਟਿਆਂ ਨੂੰ ਕਲੀਆਂ ਨਿਕਲ ਆਈਆਂ। ਜਦੋਂ ਬਾਗਬਾਨ ਨੇ ਆਪਣੇ ਬਾਗ ਨੂੰ ਆ ਕੇ ਵੇਖਿਆ ਤਾਂ ਦੰਗ ਰਹਿ ਗਿਆ। ਇਹ ਤਾਂ ਸੁੱਕਾ ਸੀ, ਹਰਾ ਕਿਵੇਂ ਹੋ ਗਿਆ ਹੈ? ਬਾਗਬਾਨ ਅੰਦਰ ਹੋਰ ਅੱਗੇ ਗਿਆ ਅਤੇ ਖੁਸ਼ਖਬਰੀ ਦਿੰਦਾ ਹੈ ਕਿ ਸੁੱਕਾ ਬਾਗ ਫਕੀਰਾਂ ਦੇ ਚਰਨ ਪਾਉਣ ਨਾਲ ਹਰਾ ਹੋ ਗਿਆ ਹੈ। ਬਾਗਬਾਨ ਪਾਸੋਂ ਇਹ ਖਬਰ ਸੁਣ ਕੇ ਰਾਜੇ ਨੇ ਕੁਝ ਸੁੰਦਰ ਇਸਤਰੀਆਂ ਨੂੰ ਆਖਿਆ ਕਿ ਤਿਆਰ ਹੋ ਕੇ ਜਾਓ, ਉਸ ਫਕੀਰ ਦੀ ਪਰਖ ਕਰੋ, ਦੇਖੋ ਕਿ ਕੈਸਾ ਹੈ। ਇਸਤਰੀਆਂ ਰਾਜੇ ਦਾ ਹੁਕਮ ਮੰਨ ਕੇ ਬਾਗ ਵਿੱਚ ਆਈਆਂ। ਹਾਰ ਸ਼ਿੰਗਾਰ ਕਰਕੇ ਅਤੇ ਕਈ ਕਿਸਮ ਦੇ ਮੇਵੇ ਨਾਲ ਲੈ ਕੇ ਆਈਆਂ। ਇਸਤਰੀਆਂ ਨੇ ਮੇਵੇ ਗੁਰੂ ਜੀ ਅੱਗੇ ਰੱਖੇ ਅਤੇ ਇਸਤਰੀਆਂ ਵਾਲੇ ਹਾਵ ਭਾਵ ਕਰਨ ਲੱਗੀਆਂ ਤੇ ਗੁਰੂ ਜੀ ਨੂੰ ਆਖਿਆ ਕਿ ਖਾਵੋ। ਗੁਰੂ ਜੀ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ। ਗੁਰੂ ਜੀ ਦੇ ਸ਼ਬਦ ਸੁਣ ਕੇ ਇਸਤਰੀਆਂ ਦੇ ਵੱਲ ਛਲ ਸਾਰੇ ਮਿਟ ਗਏ। ਉਹਨਾਂ ਨੂੰ ਹਾਵ ਭਾਵ ਸਾਰੇ ਭੁੱਲ ਗਏ। ਮੁੜ ਕੇ ਰਾਜੇ ਸ਼ਿਵਨਾਭ ਦੇ ਪਾਸ ਆਈਆਂ, ਆਖਣ ਲੱਗੀਆਂ, ਸਾਨੂੰ ਪੂਰਨ ਪੁਰਖ ਦੇ ਦਰਸ਼ਨ ਹੋਏ ਹਨ, ਮਨ ਦੀਆਂ ਤ੍ਰਿਸ਼ਨਾਵਾਂ ਮਿਟ ਗਈਆਂ ਹਨ। ਰਾਜਾ ਇਹ ਸੁਣ ਕੇ ਬਾਗ ਵੱਲ ਨੂੰ ਦੌੜਿਆ, ਨਾਲ ਵੀ ਕਿਸੇ ਨੂੰ ਨਹੀਂ ਲਿਆ। ਪਿੱਛੇ ਪਿੱਛੇ ਰਾਣੀ ਵੀ ਚੱਲੀ। ਬਾਗ ਵਿੱਚ ਦੇਖਿਆ ਕਿ ਗੁਰੂ ਜੀ ਸਮਾਧੀ ਸਥਿਤ ਹਨ। ਪੈਰਾਂ ਨੂੰ ਚਿਮਟ ਗਿਆ। ਗੁਰੂ ਜੀ ਨੇ ਨੈਣ ਖੋਲ੍ਹੇ। ਗੁਰੂ ਜੀ ਨੇ ਰਾਜੀ ਪੁੱਛੀ। ਰਾਜੀ ਨੇ ਕਿਹਾ, ਸਭ ਕੁਸ਼ਲ ਹੈ ਜੀ, ਆਪ ਜੀ ਦੇ ਦਰਸ਼ਨ ਕਰਕੇ ਆਨੰਦ ਹੀ ਆਨੰਦ ਹੋ ਗਿਆ ਹੈ। ਰਾਜੇ ਨੇ ਕਿਹਾ ਕਿ ਚਲੋ ਮਹਿਲਾਂ ਵਿੱਚ ਦਰਸ਼ਨ ਦਿਓ ਜੀ। ਗੁਰੂ ਜੀ ਕਹਿਣ ਲੱਗੇ, ਅਸੀਂ ਫਕੀਰ ਹਾਂ, ਮਹਿਲਾਂ ਨਾਲ ਸਾਡਾ ਕੋਈ ਵਾਸਤਾ ਨਹੀਂ, ਤੁਸੀਂ ਜਾਓ ਧਰਮਸ਼ਾਲਾ ਬਣਾਓ, ਅਸੀਂ ਫੇਰ ਆਵਾਂਗੇ। ਰਾਜੇ ਨੇ ਬਿਨਾਂ ਦੇਰੀ ਤੋਂ ਕੁਝ ਹੀ ਸਮੇਂ ਵਿੱਚ ਧਰਮਸ਼ਾਲਾ ਬਣਵਾ ਦਿੱਤੀ। ਰਾਜਾ ਸ਼ਿਵਨਾਭ ਗੁਰੂ ਜੀ ਨੂੰ ਲੈਣ ਵਾਸਤੇ ਦੁਬਾਰਾ ਫਿਰ ਗਿਆ ਕਿ ਧਰਮਸ਼ਾਲਾ ਵਿੱਚ ਚਰਨ ਪਾਓ ਜੀ। ਪਰ ਬਾਗ ਵਿੱਚ ਉੱਥੇ ਗੁਰੂ ਜੀ ਨਹੀਂ ਸਨ। ਰਾਜਾ ਵਿਆਕੁਲ ਹੋ ਉੱਠਿਆ, ਇੱਧਰ ਉੱਧਰ ਭਾਲ ਕਰਦਾ ਫਿਰਦਾ ਹੈ। ਗੁਰੂ ਜੀ ਕਿਧਰੇ ਨਜ਼ਰ ਨਹੀਂ ਆ ਰਹੇ। ਬੇਹੋਸ਼ੀ ਦੀ ਹਾਲਤ ਵਿੱਚ ਜ਼ਮੀਨ 'ਤੇ ਡਿੱਗ ਪਿਆ। ਪਿੱਛੇ ਲੋਕਾਂ ਨੇ ਵੇਖਿਆ ਕਿ ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਹਨ। ਜਾ ਕੇ ਰਾਜੇ ਨੂੰ ਖਬਰ ਦਿੱਤੀ ਕਿ ਗੁਰੂ ਜੀ ਤਾਂ ਧਰਮਸ਼ਾਲਾ ਵਿੱਚ ਬਿਰਾਜਮਾਨ ਹਨ। ਰਾਜਾ ਸੁਣ ਕੇ ਭੱਜਾ ਆਇਆ। ਰਾਜੇ ਨੇ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਗੁਰੂ ਜੀ ਬੇਹੱਦ ਖੁਸ਼ ਹੋਏ ਅਤੇ ਬਖਸ਼ਿਸ਼ਾਂ ਦੇ ਭੰਡਾਰ ਨੇ ਰਾਜੇ ਸ਼ਿਵਨਾਭ ਨੂੰ ਮੰਜੀ ਬਖਸ਼ੀ, ਭਾਵ ਉਸ ਹਲਕੇ ਦਾ ਪ੍ਰਚਾਰਕ ਥਾਪਿਆ। ਉਸ ਵੇਲੇ 7 ਰਾਜੇ ਸਿੰਗਲਾਦੀਪ ਵਿੱਚ ਰਾਜ ਕਰਦੇ ਸਨ। ਸ਼੍ਰੀ ਗੁਰੂ ਜੀ ਦੇ ਬਚਨ ਨਾਲ ਇਹ ਫੇਰ ਇੱਕ ਰਾਜ ਹੋ ਗਿਆ। ਬਾਕੀ ਸਾਰੇ ਸ਼ਿਵਨਾਭ ਦੇ ਅਧੀਨ ਆ ਗਏ। ਗੁਰੂ ਜੀ ਇਹ ਕੌਤਕ ਵਰਤਾ ਕੇ ਪੰਜਾਬ ਵਾਪਸ ਆ ਗਏ।